अस्सलाम वालेकुम नाज़रीन, वादे दे मुताबिक अज मैं तुहाडे अगे पेश होया नया टैलेंट लैके। साडे नाल मौजूद ने शराफत अली। आओ तुहानू इन्हां नाल मिलवाने आ। की हाल चाल है शराफत ठीक अली ठाक सर जी, अल्लाह दा शुक्र है, अल्लाह दा करम है। शराफत अली साहब, तुसी मैनू पहले ये दसो कि तुहाडे कोल जिहड़ा तुहाडा स्पैशल टैलेंट है जिहदी वजह तो तुसी बड़े मशहूर हो, तुहानू लोग बड़ा पसंद करते हैं, वो की है तुहाडे कोल? मेरे को सर जी ਇਹ ਮੇਰੇ ਦੋਸਤ ਭਾਈ ਜਿਹੜੇ ਮੇਰੇ ਅੱਗੇ ਵੀ ਟਿਕਟੌਕ ਦੇਖਦੇ ਇਹ ਮੇਰੇ ਕੋਲ ਕੰਗਾ ਭਾਜੀ जी ਤੇ ਇਹਦੇ ਵਿੱਚ ਮੈਂ ਸੁਰਾਂ ਕੱਢਦਾ ਵਾਂ। ठीक है। ਕੋਈ ਵੀ ਗਾਣਾ ਆ ਮੈਂ ਵਜਾ ਸਕਦਾ ਵਾਂ। अच्छा, ਤੇ ਤੁਸੀਂ ਕੋਈ ਗਾਣੇ ਦੀ ਫਰਮਾਇਸ਼ ਕਰੋ ਮੈਂ ਵਜਾ ਦਾਂਗਾ ਸਰ ਜੀ। ਤੁਸੀਂ ਇੱਕੋ ਮੈਨੂੰ ਗਾਣਾ ਸੁਣਾ ਰਹੇ ਸੀਗੇ ਜਦੋਂ ਅਸੀਂ ਪਹਿਲੇ ਮੁਲਾਕਾਤ ਹੋਈ ਸੀਗੀ, ਉਦੋਂ ਇੱਕ ਗਾਣਾ ਤੁਸੀਂ ਗੁੰਗਣਾਇਆ ਸੀ, ਉਹ ਕਿਹੜਾ ਗਾਣਾ ਸੀ? ਉਹ ਟਿਪ ਟਿਪ ਵਰਸਾ ਪਾਣੀ। ਟਿਪ ਟਿਪ ਬਰਸਾ ਪਾਣੀ, ਉਹ ਤੁਸੀਂ ਸੁਣਾ ਦਿਓ ਸਾਨੂੰ। ਠੀਕ ਹੈ ਸਰ ਜੀ, ਸੁਣਾ ਦਈਏ। ਜੀ ਜੀ, ਪੁਸ਼। क्या बात है, क्या बात है। शराफत अली साहब, ਤੁਹਾਨੂੰ ਇੱਕ ਹੋਰ ਨਾਮ ਤੋਂ ਬੁਲਾਇਆ ਜਾਂਦਾ ਨਿਕਨੇਮ ਤੋਂ, ਉਹ ਤੁਹਾਡਾ ਕੀ ਨਾਮ ਹੈ? ਸਰ ਜੀ ਕੇਕੇ ਨਾਮ ਤੋਂ ਮੈਨੂੰ ਜਾਣਦੇ ਇਹ ਲੋਕ। ਕੇਕੇ ਨਾਮ ਕਿਉਂ ਪਿਆ, ਇਹਦੇ ਪਿੱਛੇ ਸਰ ਵਜ੍ਹਾ ਕੀ? ਜੀ ਇਹ ਫੁੱਟਬਾਲ ਖੇਡਦੇ ਸੀ ਅਸੀਂ ਤੇ ਉਹਦੇ ਵਿੱਚ ਨਾ ਲੜਕਿਆਂ ਨੇ ਮੈਨੂੰ ਕੇਕੇ ਕਹਿਣਾ। ਅੱਛਾ। ਕਾਕਾ ਉਸ ਤਰ੍ਹਾਂ ਨਾਮ ਆ ਤੇ ਕੇਕੇ ਕਹਿਣਾ ਜੀ। ਕਾਕਾ ਵੀ ਕਹਿੰਦੇ ਨੇ ਤੁਹਾਨੂੰ ਪਿਆਰ ਨਾਲ। ਜੀ। ਤੇ ਤੁਸੀਂ ਹੁਣ ਕਾਕੇ ਤੇ ਰਹੇ ਨਹੀਂ ਹੋ, ਤੇ ਮੈਨੂੰ ਇਹ ਦੱਸੋ ਕਿ ਤੁਸੀਂ ਮੁਹੱਲੇ ਦੇ ਵਿੱਚ ਮੈਂ ਸੁਣਿਆ ਸ਼ਰਾਰਤਾਂ ਬੜੀਆਂ ਕਰਦੇ ਹੋ। ਭਾਜੀ ਸ਼ੁਰੂ ਤੋਂ ਮਜ਼ਾਈਆ ਮੈਂ ਤੇ ਸਾਰੇ ਮੇਰੇ ਦੋਸਤ ਜਿਹੜੇ ਨਾ ਉਹ ਮੇਰੇ ਨਾਲ ਪਿਆਰ ਕਰਦੇ ਆ ਅੱਛਾ ਤੇ ਮੇਰੇ ਨਾਲ ਮੁਹੱਬਤ ਕਰਦੇ ਆ। ਉਹਨਾਂ ਦਾ ਦਿਲਚਾਰੀ ਕਰਨਾ ਉਹ ਤਾਂ ਮੈਨੂੰ ਫੋਨ ਕਰਕੇ ਸੱਦ ਲੈਂਦੇ ਆ। ਅੱਛਾ ਕਹਿਣਗੇ ਸ਼ਰਾਫਤ ਜੀ ਆਏ ਆ ਯਾਰ ਇੱਥੇ 10 ਮਿੰਟ ਬਹਿਨੇ ਆ। ਅੱਛਾ ਤੇ ਮਗਰ ਕਾਰੋਬਾਰ ਦੇ ਲਿਹਾਜ਼ ਦੇ ਨਾਲ ਆਪਣੇ ਘਰ ਨੂੰ ਵੀ ਦੇਖੀਦਾ ਤੇ ਫਿਰ ਉਹਨਾਂ ਨੂੰ ਯਾਰਾਂ ਦੋਸਤਾਂ ਨੂੰ 10 ਮਿੰਟ ਟਾਈਮ ਦੇਈਦਾ ਹੈ। ਤੇ ਮੈਂ ਸੁਣਿਆ ਕਿ ਤੁਸੀਂ ਜਾਨਵਰਾਂ ਦੀਆਂ ਆਵਾਜ਼ਾਂ ਵੀ ਕੱਢ ਲੈਂਦੇ ਹੋ। ਜੀ ਸਰ ਜੀ, ਮੈਂ ਕੋਇਲ ਦੀ ਆਵਾਜ਼, ਅੱਛਾ ਜੀ ਇਹ ਘੁੱਗੀ ਦੀ ਆਵਾਜ਼ ਠੀਕ ਹੈ। ਤੇ ਕਾਲਾ ਤਿੱਤਰ ਜਿਹੜਾ ਦਖਣੀ ਹੁੰਦਾ ਜੀ ਜੀ। ਉਹ ਸਰ ਜੀ ਆਪਾਂ ਆਵਾਜ਼ ਕੱਢ ਦਿੰਦੇ। ਤੇ ਸਾਨੂੰ ਸੁਣਾਓ, ਸਾਡੇ ਨਾਜ਼ਰੀਨ ਨੂੰ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਹੈ ਸੀ ਕਿ ਅਸੀਂ ਨया ਤੋਂ ਨया ਟੈਲੈਂਟ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕਰਾਂਗੇ, ਤੇ ਇਸੇ ਵਜ੍ਹਾ ਨਾਲ ਅਸੀਂ ਅੱਜ ਤੁਹਾਨੂੰ ਜਿਹੜਾ ਇੱਥੇ ਬੁਲਾਇਆ। ਤੁਸੀਂ ਆਵਾਜ਼ ਸੁਣਾਓ ਜ਼ਰਾ। ਚਲੋ ਸੁਣਾ ਦਿੰਦੇ ਸਰ ਜੀ। ਜੀ। ਇਹ ਸਭ ਤੋਂ ਪਹਿਲਾਂ ਭਾਜੀ ਘੁੱਗੀ ਦੀ ਆਵਾਜ਼, ਜੀ ਜੀ। ਉਸ ਤੋਂ ਬਾਅਦ ਕੋਇਲ ਦੀ। ਠੀਕ ਹੈ। ਲਾਈਕ ਤੇ ਕਮੈਂਟ ਕਰੋ। ਠੀਕ ਹੈ। ਠੀਕ ਹੈ ਸਰ ਜੀ, ਬਹੁਤ ਜ਼ਬਰਦਸਤ। ਕੇ ਸਾਹਿਬ, ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਇਹ ਆਵਾਜ਼ਾਂ ਕੱਢ ਕੇ ਕਦੀ ਪਰਿੰਦਿਆਂ ਨੂੰ ਵੀ ਅਟਰੈਕਟ ਕੀਤਾ ਆਪਣੀ ਤਰਫ? ਜੀ ਸਰ ਜੀ, ਕਈ ਦਫਾ ਹੁਣ ਅੰਬ ਦਾ ਸੀਜ਼ਨ ਲੰਘ ਕੇ ਗਿਆ ਵਾ। ਜੀ ਜੀ। ਇਹਦੇ ਵਿੱਚ ਕੋਲ ਬੋਲਦੀ ਦਰਖਤ ਦੇ ਉੱਤੇ ਅੰਬ ਦੇ ਤੇ। ਠੀਕ ਹੈ। ਤੇ ਮੇਰੀ ਉਹਦੀ ਬੜੀ ਜ਼ਿੱਦ ਰਹਿੰਦੀ ਸੀ। ਅੱਛਾ। ਅਕਸਰ ਲੋਕਾਂ ਨੂੰ ਇਹ ਪਤਾ ਹੈ ਵੀ ਸ਼ਰਾਫਤ ਅਲੀ ਜਦੋਂ ਬੋਲਦਾ ਨਾ
ਉਹ ਮੇਰੇ ਨਾਲ ਆਵਾਜ਼ ਦਿੰਦੀ ਆ। ਅੱਛਾ, ਉਹ ਮੁਕਾਬਲੇ ਦੇ ਜ਼ੇਲਬਾਜ਼ੀ ਕਰਦੀ ਮੇਰੇ ਨਾਲ। ਠੀਕ ਹੈ। ਮੈਂ ਜਾਣ ਕੇ ਉਹਨੂੰ ਭਖਾਉਂਦਾ ਰਹਿੰਦਾ ਵਾ, ਔਰ ਫਿਰ ਉੱਚੀ ਉੱਚੀ ਆਵਾਜ਼ਾਂ ਲਾਉਂਦੀ ਆ। ਅੱਛਾ ਅੱਛਾ ਅੱਛਾ। ਬਹੁਤ ਜ਼ਿਆਦਾ ਉਹਨਾਂ ਦਾ ਸ਼ੁਗਲ ਵੱਜਦਾ ਮੇਰਾ। ਚਲੋ ਕਦੀ ਇਤਫਾਕ ਹੋਇਆ ਤੇ ਅਸੀਂ ਤੁਹਾਡੀ ਉਹ ਵੀ ਰਿਕਾਰਡ ਕਰਾਂਗੇ ਜਦੋਂ ਤੁਸੀਂ ਮੁਕਾਬਲਾ ਕਰ ਰਹੇ ਹੋਗੇ। ਤੇ ਤੁਸੀਂ ਕੰਮ ਕੀ ਕਰਦੇ ਹੋ? ਕਿ ਕੰਮ ਸਰ ਜੀ ਲੋਡਿੰਗ ਦਾ ਕਰਦਾ ਮੈਂ, ਆਂਡੇ ਦੀ ਲੋਡਿੰਗ ਕਰਦੇ ਆ। ਅੱਛਾ ਅੱਛਾ। ਤੇ ਇਸ ਵਾਸਤੇ ਮੈਨੂੰ ਅਸੀਂ ਦੇਖਦੇ ਹਾਂ ਅਕਸਰ ਮਾਸ਼ਰੇ ਦੇ ਵਿੱਚ ਕਈ ਲੋਕ ਹੁੰਦੇ ਨੇ ਪ੍ਰੈਂਕਸ ਵਗੈਰਾ ਕਰਦੇ ਰਹਿੰਦੇ ਨੇ ਮੁਹੱਲੇਦਾਰਾਂ ਦੇ ਨਾਲ। ਕਦੀ ਇਦਾਂ ਦਾ ਵੀ ਇਤਫਾਕ ਹੋਇਆ? ਹਾਂਜੀ, ਪ੍ਰੈਂਕ ਵੀ ਕੀਤਾ ਕਿਸੇ ਬਹੁਤ ਜ਼ਿਆਦਾ ਸ਼ੁਗਲ। ਮੇਰੇ ਕੋਲ ਇੱਕ ਕਿਰਲੀ ਸੀ ਲੈ ਲੈਂਦੀ ਬਾਸਕਟ ਜੇ ਦੀ, ਉਹ ਮੈਂ ਆਪਣੀ ਭਰਜਾਈ ਦੇ ਹੱਥ ਰੱਖ ਦਿੱਤੀ। ਅੱਛਾ। ਉਹ ਡਰ ਗਈ, ਉਹਨੇ ਕਿਹਾ ਖਰੇ ਸੀਰੀਅਸ ਹੈ। ਮੁੜ ਕੇ ਉਹਨੂੰ ਬਿੱਲੀ ਦੀ ਆਵਾਜ਼ 'ਚ ਮਟਰਾਇਆ। ਉਹ ਕਿਸ ਤਰ੍ਹਾਂ? ਬਿੱਲੀ ਦੀ ਆਵਾਜ਼ ਸੁਣਾਓ, ਕਿਸ ਤਰ੍ਹਾਂ ਦੀ ਆਵਾਜ਼ ਕੱਢ ਲੈਂਦੇ ਹੋ? ਠੀਕ ਹੈ ਸਰ ਜੀ। ਜ਼ਬਰਦਸਤ। ਤੇ ਕੋਈ ਤੇਜ਼ ਆਵਾਜ਼ ਵੀ ਬਿੱਲੀ ਦੀ ਕੱਢ ਲੈਂਦੇ ਹੋ? ਜਿਹੜੀ ਕੋਈ ਤੇਜ਼ ਥੋੜੀ ਜੀ, ਜਿੱਦਾਂ ਬਿੱਲੀਆਂ ਅਕਸਰ ਲੜਦੇ ਹੋਏ ਆਵਾਜ਼ ਕੱਢਦੀਆਂ ਨੇ। ਇਹ ਮੇਰੇ ਕੋਲ ਹੈ ਵਾ ਸਰ ਜੀ। ਇਹ ਚੂਹਾ ਰੋਟੀ ਖਾਂਦਾ ਦੇਖਿਆ, ਖਰਗੋਸ਼ ਜਾਂ ਖਰਗੋਸ਼ ਪੱਠੇ ਖਾਂਦਾ। ਹਾਂਜੀ। ਉਹ ਤੇ ਮੈਂ ਤੁਹਾਨੂੰ ਉਹ ਵੀ ਕਰਕੇ ਦਿਖਾ ਦੇਣਾ ਜਿਸ ਤਰ੍ਹਾਂ ਦਿਖਾਓ, ਅਗਰ ਤੁਸੀਂ ਕੋਈ ਚੀਜ਼ ਹੈ ਤੇ ਅਸੀਂ ਜ਼ਰੂਰ ਦੇਖਾਂਗੇ। ਨਾਜ਼ਰੀਨ ਤੇ ਦੇਖਣ ਲਈ ਬੇਤਾਬ ਬੈਠੇ ਹੋਏ ਨੇ। ਇੱਥੇ ਆਪਣਾ ਤੁਹਾਡੇ ਕੋਲ ਹੈ ਚੀਜ਼, ਫੁੱਲ ਵਗੈਰਾ ਜਾਂ ਕੁਛ ਹੱਥ 'ਚ ਫੜਨ ਵਾਲੀ ਸ਼ੈ ਛੋਟੀ ਜੀ? ਹੱਥ 'ਚ ਫੜਨ? ਹਾਂਜੀ। ਆ ਪੱਤਾ ਹੋਵੇ ਦਰਖਤ ਦਾ ਜਾਂ ਕੋਈ ਹੋਰ ਕੋਈ ਚੀਜ਼ ਹੋਵੇ ਮਿਸਾਲ। ਪੱਤਾ ਤੁਹਾਨੂੰ ਕੋਈ ਕਾਗਜ਼ ਦੇ ਦਿਓ, ਬਿਹਤਰ ਰਹੇਗਾ। ਅੱਛਾ ਸਰ ਜੀ, ਇਹ ਖਰਗੋਸ਼ ਨੂੰ ਤੁਸੀਂ ਪੱਠੇ ਪਾਉਂਦੇ ਹੋ? ਹਾਂਜੀ। ਤੇ ਉਹ ਖਰਗੋਸ਼ ਬੜੇ ਫੰਕਸ਼ਨ ਕਰਦਾ ਵਾ। ਬਿਲਕੁਲ ਇਦਾਂ ਹੀ। ਜਿਵੇਂ ਕਿ ਆਪਣੀਆਂ ਦੋਨੀ ਅੱਖਾਂ ਵੀ ਹਿਲਾਉਂਦਾ, ਕੰਨ ਵੀ ਹਿਲਾਉਂਦਾ। ਹਾਂਜੀ। ਤੇ ਉਹ ਬੱਚੇ ਜਿਹੜੇ ਛੋਟੇ ਨਾ ਵੇਖ ਕੇ ਬੜਾ ਹੱਸਦੇ ਵੀ ਇਹ ਕਰਨ ਦਿਆ ਹੈ। ਅਕਸਰ ਗਲੈਰੀ ਵੀ ਇਸ ਤਰ੍ਹਾਂ ਕਰਦੇ ਨੇ। ਬਿਲਕੁਲ। ਤੇ ਉਹ ਤੁਹਾਨੂੰ ਦਿਖਾ ਦਿੰਦੇ ਕਿਸ ਤਰ੍ਹਾਂ ਕਰਦਾ। ਦਿਖਾਓ ਜ਼ਰਾ ਕਿ ਕਿਸ ਤਰ੍ਹਾਂ ਸਰ ਜੀ ਇਹ ਦੇਖੋ ਹੁਣ ਪੱਠੇ ਬਾਤੇ ਉਹਦੇ ਅੱਗੇ, ਤੇ ਹੁਣ ਖਰਗੋਸ਼ ਭੱਜ ਕੇ ਆ ਰਿਹਾ ਵਾ। ਠੀਕ। ਅੱਛਾ। ਇਸ ਤਰ੍ਹਾਂ ਸਰ ਜੀ ਕੋਈ ਖਰਗੋਸ਼ ਕਰਦਾ। ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਉਹ ਆਵਾਜ਼ ਵੀ ਕੱਢ ਰਿਹਾ ਹੁੰਦਾ ਇੱਕ। ਉਹਦਾ ਨਹੀਂ ਜੀ ਮੈਂ ਦੇਖਿਆ ਹੈਗਾ, ਮੈਂ ਦੇਖ ਕੇ। ਅੱਛਾ, ਤੁਸੀਂ ਮੈਨੂੰ ਪਤਾ ਚੱਲਿਆ ਸੀ ਕਿ ਮੱਝ ਤੇ ਕੱਟੇ ਦੀ ਕਨਵਰਸੇਸ਼ਨ ਵੀ ਜਿਹੜੀ ਹੈ ਉਹਨਾਂ ਨੂੰ ਗੱਪਾਂ ਮਾਰਦੇ ਹੋਏ ਤੁਸੀਂ ਬੜੇ ਮਜ਼ਾ ਲੈ ਕੇ ਸੁਣਦੇ ਹੋ। ਤੁਸੀਂ ਉਹ ਪਰਫਾਰਮ ਵੀ ਕਰ ਲੈਂਦੇ ਹੋ। ਇਹ ਬਾਹਰ ਨਾ ਜਦੋਂ ਵੀ ਮੱਝ ਨੂੰ ਪਕਾਉਣਾ ਹੋਵੇ ਜਾਂ ਛੇੜਨਾ ਹੋਵੇ, ਹਾਂਜੀ, ਤੇ ਉਹਦੇ ਕੱਟੇ ਦੇ ਲਾਗੇ ਜਾ ਕੇ ਪਰ ਕੱਪੜਾ ਲੁਕੋ ਦੀਦਾ ਤੇ ਉਹ ਆਪ ਬੋਲਣ ਲੱਗ ਪਈਦਾ ਵਾ। ਅੱਛਾ। ਉਹ ਫਿਰ ਮੱਝ ਆਪਣੇ ਬੱਚੇ ਨੂੰ ਆਵਾਜ਼ ਦਿੰਦੀ ਹੈ, ਲੱਭਦੀ ਆ। ਕਿਸ ਤਰ੍ਹਾਂ? ਅੱਗੇ ਉਹਦਾ ਬੱਚਾ ਆਵਾਜ਼ ਦਿੰਦਾ ਆਪਣੀ ਮਾਂ ਨੂੰ। ਉਹ ਫਿਰ ਮਾਂ ਉਹਨੂੰ ਕਹਿੰਦੀ ਵੀ ਆ ਜਾ ਵੇ। ਇਸ ਤਰ੍ਹਾਂ ਕਰਦੀਆਂ ਜੀ। ਬੜਾ ਮਜ਼ਾ ਆਉਂਦਾ ਤੁਹਾਡੀਆਂ ਆਵਾਜ਼ਾਂ ਸੁਣ ਕੇ। ਤੇ ਇਤਫਾਕਨ ਕਦੀ ਇਸ ਤਰ੍ਹਾਂ ਵੀ ਹੋਇਆ ਕਿ ਤੁਸੀਂ ਆਵਾਜ਼ਾਂ ਕੱਢ ਰਹੇ ਹੋ ਤੇ ਜਾਨਵਰ ਇਹੀ ਸਮਝ ਰਿਹਾ ਹੋਵੇ ਕਿ ਉਹਦਾ ਬੱਚਾ ਹੀ ਬੋਲ ਰਿਹਾ ਜਾਂ ਕੋਈ ਉਹਦਾ ਹੀ? ਇਹ ਸਰ ਜੀ ਤੁਸੀਂ ਮੇਰੇ ਨਾਲ ਜਾ ਕੇ ਦੇਖ ਲੈਣਾ ਵਾ, ਮੈਂ ਬੋਲਾਂਗਾ ਤੇ ਉਹ ਜਾਨਵਰ ਮੇਰੇ ਨਾਲ ਤਵੱਜੋ ਕਰੇਗਾ। ਅੱਛਾ। ਹਾਂਜੀ। ਤੇ ਇਹਨਾਂ ਦੀ ਥੋੜੀ ਸਾਈਕੀ ਵੀ ਸਮਝ ਆਉਂਦੀ ਹੈ ਕਿ ਕੀ ਗੱਪਾਂ ਮਾਰਦੇ ਹੁੰਦੇ ਆਪਸ ਵਿੱਚ? ਗੱਪਾਂ ਇਸ ਤਰ੍ਹਾਂ ਹੀ ਆ, ਉਹ ਦੁੱਧ ਦਾ ਟਾਈਮ ਹੋਇਆ ਹੁੰਦਾ, ਉਹ ਆਵਾਜ਼ਾਂ ਦਿੰਦੀ ਆ ਵੀ ਮੈਨੂੰ ਚੋ ਲਓ। ਅੱਛਾ ਅੱਛਾ। ਬੱਚੇ ਨੂੰ ਸੈਨਤਾ ਮਾਰਦੀ ਆ ਕਿ ਆਣ ਕੇ ਦੁੱਧ ਪੀ ਲੈ, ਤੇ ਮਾਲਕ ਨੂੰ ਸਿਰ ਮਾਰਦੀ ਆ ਮੈਨੂੰ ਚੋ, ਆਵਾਜ਼ਾਂ ਦਿੰਦੀ ਆ। ਅੱਛਾ। ਉਹ ਬੱਚੇ ਨੂੰ ਵੀ ਸੱਦਦੀ ਅੱਗੇ, ਬੱਚੇ ਨੂੰ ਕਹਿੰਦੀ ਆ। ਬੱਚਾ ਫਿਰ ਆਵਾਜ਼ ਦਿੰਦਾ, ਭੁੱਖ ਲੱਗੀ ਹੁੰਦੀ ਆ, ਸਾਰੀ ਦਿਹਾੜੀ ਤਾਂ ਉਹਨੂੰ ਬੰਨੀ ਰੱਖਦੇ ਜ਼ਾਹਰ ਜੀ। ਤੇ ਉਹ ਬੱਚਾ ਆਵਾਜ਼ ਦਿੰਦਾ ਵੀ ਮਾਂ ਆਪਣੀ ਨੂੰ ਕਹਿੰਦਾ ਇਸ ਤਰ੍ਹਾਂ ਕਰਦਾ ਹੈ। ਤੇ ਕਦੀ ਕੋਈ ਮਜ਼ਾਕੀਆ ਵਾਕਿਆ ਹੋਇਆ ਹੋਵੇ ਜਿਹੜਾ ਤੁਹਾਨੂੰ, ਮਤਲਬ ਕੋਈ ਐਸਾ ਵਾਕਿਆ ਹੁੰਦਾ ਨਾ ਕਿ ਜਿਹੜਾ ਭੁੱਲ ਹੀ ਨਹੀਂ ਸਕਦੇ, ਬੰਦਾ ਇਕੱਲੇ ਬੈਠਿਆਂ ਵੀ ਯਾਦ ਕਰਕੇ ਸੋਚ ਕੇ ਹੱਸਦਾ ਰਹਿੰਦਾ ਕਿ ਯਾਰ ਆਹ ਵਾਕਿਆ ਮੈਨੂੰ ਬੜਾ ਸ਼ੁਗਲ ਵਾਲਾ ਹੋਇਆ ਸੀਗਾ? ਕੋਈ ਇਦਾਂ ਦਾ ਕਿਸੇ ਨਾਲ ਸ਼ੁਗਲ ਤੁਸੀਂ ਕੀਤਾ ਹੋਵੇ ਜਾਂ ਕਿਸੇ ਨੇ ਤੁਹਾਡੇ ਨਾਲ ਕਰਤਾ ਹੋਵੇ? ਨਹੀਂ ਸਰ ਜੀ, ਮੈਂ ਕਿਸੇ ਨਾਲ ਮਜ਼ਾਕ ਕਰਦਾ ਨਹੀਂ, ਗਲਤ। ਅੱਛਾ। ਤੇ ਨਾ ਮੈਨੂੰ ਕੋਈ ਕਰਦਾ ਮੇਰਾ ਯਾਰ ਦੋਸਤ। ਨਹੀਂ, ਗਲਤ ਮਜ਼ਾਕ ਨਹੀਂ, ਇੱਕ ਮਜ਼ਾਕ ਤੇ ਮਜ਼ਾਕ ਹੁੰਦਾ ਨਾ, ਕਿਸੇ ਨੂੰ ਜਾਨਵਰ ਦੀ ਆਵਾਜ਼ ਕੱਢ ਕੇ ਡਰਾਤਾ ਜਾਂ ਕੋਈ ਇਹੋ ਜਿਹੀ ਹਰਕਤ ਕਰਤੀ ਕਿ ਉਹਨੂੰ ਫੀਲ ਹੋਇਆ ਕਿ ਪਤਾ ਨਹੀਂ ਇਹ ਕਿਧਰੋਂ ਕੋਈ ਚੀਜ਼ ਆ ਗਈ। ਹਾਂਜੀ, ਇਸ ਤਰ੍ਹਾਂ ਦੀਆਂ ਚੀਜ਼ਾਂ। ਇਸ ਤਰ੍ਹਾਂ ਉਹ ਛੋਟਾ ਜਿਹਾ ਕਤੂਰਾ ਹੁੰਦਾ ਇੱਕ ਪਾਣੀ ਦੇ ਵਿੱਚ ਡਿੱਗਿਆ। ਹਾਂਜੀ। ਠੰਡ ਸਰਦੀ ਹੁੰਦੀ ਆ
ਤੇ ਉਹ ਵਿਚਾਰਾ ਨਾਲੀ ਦੇ ਵਿੱਚ ਡਿੱਗ ਜਾਂਦਾ, ਸਰਦੀ ਦੇ ਨਾਲ ਕੰਬਦਾ ਵਾ। ਕੰਬਣ ਤੋਂ ਬਾਅਦ ਉਹਨੂੰ ਕੋਈ ਚੱਕਦਾ ਨਹੀਂਗਾ ਤੇ ਮਗਰੋਂ ਆਵਾਜ਼ਾਂ ਕੱਢ ਰਿਹਾ ਵਿੱਚੋਂ, ਰੋ ਰਿਹਾ ਵਾ। ਉਹ ਕਿਸ ਤਰ੍ਹਾਂ? ਤੇ ਉਹ ਕਰ ਰਿਹਾ ਵਾ, ਤੁਹਾਨੂੰ ਦੱਸ ਦਿੰਦੇ। ਇਸ ਤਰ੍ਹਾਂ ਜੀ ਉਹ ਵਿਚਾਰਾ ਠੰਡ ਦੇ ਵਿੱਚ ਹੁੰਦਾ। ਤੇ ਜਿੱਦਾਂ ਕਿ ਅਸੀਂ ਦੇਖਿਆ ਤੁਸੀਂ ਹੁਣ ਅੰਡੇ ਦਾ ਕੰਮ ਕਰ ਰਹੇ ਹੋ, ਕਦੀ ਮੁਰਗੀਆਂ ਦੇ ਨਾਲ ਵੀ ਕਦੀ ਹਮਕਲਾਮ ਹੋਏ ਹੋ ਕਿ ਨਹੀਂ? ਮੁਰਗੀਆਂ ਦੇ ਨਾਲ ਵੀ ਸਰ ਜੀ ਦੇਖੀ ਜਾ, ਸ਼ੈੱਡ ਦੇ ਵਿੱਚ ਤਾਂ ਅਕਸਰ ਜਾਣ ਨਹੀਂ ਦਿੰਦੇ, ਸਾਡਾ ਅੰਡੇ ਤੱਕ ਹੀ ਦਫ਼ਤਰ ਤੱਕ ਕੰਮ ਹੁੰਦਾ, ਉਹ ਗਰਾਜ ਦੇ ਵਿੱਚ ਮਾਲ ਪਿਆ ਹੁੰਦਾ, ਮਗਰ ਕੁਕੜੀਆਂ ਦੀਆਂ ਆਵਾਜ਼ਾਂ ਸੁਣੀ ਦੀਆਂ ਸੀ। ਅੱਛਾ, ਤੇ ਉਹ ਇਹ ਤੁਸੀਂ ਬੈਠੇ ਜਦੋਂ ਇਕੱਲੇ ਬੈਠੇ ਹੁੰਦੇ ਹੋ, ਇਹ ਕਿ ਤੁਸੀਂ ਜਾਨਵਰਾਂ ਦੀ ਉਦੋਂ ਆਵਾਜ਼ਾਂ ਸੁਣ ਕੇ ਤੇ ਸਮਝਦੇ ਰਹਿੰਦੇ ਹੋ ਕਰਦੇ ਕੀ ਪਏ ਨੇ? ਨਹੀਂ ਸਰ ਜੀ ਸਮਝਦੇ ਨਹੀਂ ਗਏ, ਤੇ ਬਰਲ ਦੇਖੀ ਜਾ ਸੀਦਾ ਵੀ ਯਾਰ ਅੱਲਾਹ ਤਬਾਰਕ ਤਾਲਾ ਦੀ ਮਖਲੂਕ ਅੱਲਾਹ ਨੇ ਬਣਾਈ ਹੋਈ ਆ। ਬਿਲਕੁਲ ਐਸਾ ਹੀ ਹੈ। ਤੇ ਯਾਰ ਇੱਕ ਐਸਾ ਜਾਨਵਰ ਆ, ਅਸੀਂ ਆਪਣੇ ਮੂੰਹ ਬੋਲਦੇ ਵੀ ਬੋਲਦੇ ਆਪਸ ਵਿੱਚ ਸਮਝਦੇ ਆ, ਜ਼ਾਹਰ ਜੀ ਗੱਲ ਹੈ। ਤੇ ਇਸ ਤਰ੍ਹਾਂ ਉਹ ਕੁੱਕੜ ਬੋਲਦੇ ਆ, ਕੁਕੜੀਆਂ ਬੋਲਦੀਆਂ ਵਾ, ਕੁੱਕੜ ਆਵਾਜ਼ ਲਗਾਉਂਦਾ, ਬਿਲਕੁਲ ਇਸ ਤਰ੍ਹਾਂ ਕੁੱਕੜ ਬੋਲਦਾ ਜੀ। ਕੁਕੜੀ ਵਿਚਾਰੀ ਨੇ ਆਵਾਜ਼ ਦੇਣੀ ਨਹੀਂ, ਇਹਨੇ ਕੁੜਕ ਮੱਲਿਆ ਹੁੰਦਾ ਜੀ, ਉਹ ਕੁੱਕੜ ਮਗਰ ਮਗਰ ਭਜਦਾ ਵਾ। ਬਿਲਕੁਲ ਏਦਾਂ ਹੀ ਇਸ ਤਰ੍ਹਾਂ ਆਵਾਜ਼ਾਂ ਦਿੰਦਾ ਜੀ ਉਹ। ਮੈਨੂੰ ਤਾਂ ਕਿਸਾ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੁਫ਼ਤਗੂ ਕਰਦੇ ਹੋਏ। ਤੇ ਸਭ ਤੋਂ ਬਿਹਤਰੀਨ ਆਵਾਜ਼ ਜੀ ਤੁਸੀਂ ਇੱਕ ਵਜਾਉਂਦੇ ਹੋ ਹੱਥ ਦੇ ਨਾਲ ਇਸ ਤਰ੍ਹਾਂ ਕਰਦੇ ਹੋਏ, ਉਹ ਇੱਕ ਕਲਾਂਟ ਜੀ ਤੁਸੀਂ ਵਜਾਉਂਦੇ ਹੋ, ਇੱਕ ਸਪੈਸ਼ਲ ਮਿਊਜ਼ਿਕ ਜਿਹਾ ਜੀ, ਉਹਨੂੰ ਕੀ ਕਹਿੰਦੇ ਹੋ ਤੁਸੀਂ? ਉਹ ਸਰ ਜੀ ਉਹ ਕਲਾਂਟ ਆ, ਤੇ ਲੋਕ ਵਜਾਉਂਦੇ ਨੇ ਆਵਾਜ਼ ਬੈਂਡ ਬਾਜੇ ਵਾਲੇ, ਮਗਰ ਆਪਣੀ ਰੂਹ ਦੀ ਗਜ਼ਾ ਆ ਮੇਰੀ, ਮੈਂ ਕਿਸੇ ਕੋਈ ਸਿੱਖਿਆ ਨਹੀਂ ਹੈਗਾ। ਅੱਛਾ, ਨਹੀਂ ਨਹੀਂ, ਮੈਂ ਤੁਹਾਡੀ ਆਪਣੀ ਤਿਆਰ ਕਰਦਾ ਜੀ? ਹਾਂਜੀ, ਮੇਰਾ ਆਪਣਾ ਦਿਲ ਦਿਮਾਗ ਕਰਦਾ ਵਾ ਉਹ ਗਾਣਾ ਸੁਣ ਕੇ ਨਾ, ਮੈਂ ਤੇ ਫਿਰ ਉਹਦੀ ਟਿਊਨ ਲਾਉਣ ਲੱਗ ਪੈਂਦਾ ਵਾ। ਨਹੀਂ ਉਹ ਠੀਕ ਹੈ, ਲੇਕਿਨ ਉਹਦੀ ਕੱਲੀ ਆਵਾਜ਼ ਕੱਢ ਕੇ ਦਿਖਾਓ ਹਾਂ, ਕੱਲੀ ਉਹਦੀ ਕਿਸ ਤਰ੍ਹਾਂ ਆਵਾਜ਼ ਹੁੰਦੀ ਹੈ ਕਲਾਂਟ ਦੀ? ਠੀਕ ਹੈ ਸਰ ਜੀ, ਇਹ ਮੈਡਮ ਨੂਰਜਹਾਨ ਦਾ ਗਾਣਾ ਜੀ, ਲਵਾਂ ਹਰ ਵੇਲੇ ਬੈਠੀ ਤੇਰਾ ਨਾਂ, ਪਰਾਂਦਾ ਭੈੜਾ ਐਵੇਂ ਸੜਦਾ। ਅੱਜ ਕੱਲ ਵੈਸੇ ਉਹ ਚੱਲ ਰਿਹਾ ਝਾਂਜਰਾਂ ਦੀ ਪਾਵਾਂ ਛਣਕਾ, ਚਲੋ ਝਾਂਜਰਾਂ ਦੀ ਪਾਵਾਂ ਛੜਕਾਓ ਸਟਾ ਦਿੰਦੇ ਕਰ ਦਿਓ। ਕਿਆ ਬਾਤ ਹੈ, ਕਿਆ ਬਾਤ ਹੈ। ਮੈਨੂੰ ਪਤਾ ਚੱਲਿਆ ਸੀ ਵੈਸੇ ਤੇ ਤੁਸੀਂ ਆਵਾਜ਼ਾਂ ਬਹੁਤ ਹੀ ਨਾਯਾਬ ਆਵਾਜ਼ਾਂ ਨੇ ਜਿਹੜੀਆਂ ਕੱਢਦੇ ਹੋ, ਤੇ ਕਿਤੇ ਮੂੰਹ ਦੇ ਵਿੱਚ ਕੋਈ ਸਪੀਕਰ ਤੇ ਨਹੀਂ ਰੱਖ ਲੈਂਦੇ ਲੁਕੋ ਕੇ ਜਿਹਦੇ ਤੋਂ ਆਵਾਜ਼ਾਂ ਕੱਢਦੇ ਰਹਿੰਦੇ ਹੋ, ਪਤਾ ਚੱਲੇ ਥੱਲੇ ਬਟਨ ਦਬਾਈ ਜਾ ਰਹੇ ਤੇ ਆਵਾਜ਼ਾਂ ਕੱਢੀ ਜਾ ਰਹੇ ਹੋ? ਆ ਵੇਖ ਲਓ ਜੀ, ਕੋਈ ਸਪੀਕਰ ਨਹੀਂ। ਹਾਂ, ਤੇ ਨਾਜ਼ਰੀਨ ਨੂੰ ਦੱਸੋ, ਕਿਉਂਕਿ ਨਾਜ਼ਰੀਨ ਨੇ ਹੀ ਇਸ ਗੱਲ ਦਾ ਫੈਸਲਾ ਕਰਨਾ ਕਿ ਤੁਹਾਡੀਆਂ ਆਵਾਜ਼ਾਂ ਕਿਸ ਹੱਦ ਤੱਕ ਤੁਸੀਂ ਉਹਨਾਂ ਦੀ ਕਾਪੀ ਕਰ ਲੈਂਦੇ ਹੋ। ਅੱਛਾ, ਦੂਸਰਾ ਮੈਂ ਤੁਹਾਡੇ ਕੋਲੋਂ, ਕਿਉਂਕਿ ਮੈਨੂੰ ਪਤਾ ਚੱਲਿਆ ਕਿ ਤੁਸੀਂ ਇੱਕ ਗਾਣਾ ਜਿਹੜਾ ਹੈ ਵੈਸੇ ਵੀ ਪਰਫਾਰਮ ਕਰ ਲੈਂਦੇ ਹੋ, ਗਾ ਵੀ ਲੈਂਦੇ ਹੋ, ਤੇ ਸ਼ਰਾਫਤ ਸਾਹਿਬ ਕੋਈ ਅਗਰ ਚੀਜ਼ ਪਰਫਾਰਮ ਕਰਨਾ ਚਾਹੋ, ਕੋਈ ਗਾਣਾ ਜਿਹੜਾ ਤੁਹਾਡਾ ਬਿਹਤਰੀਨ ਜਿਹੜਾ ਤੁਹਾਨੂੰ ਲੱਗਦਾ ਹੋਵੇ ਤੁਸੀਂ ਗਾ ਲੈਂਦੇ ਹੋ, ਉਹ ਵੀ ਸਾਡੇ ਨਾਜ਼ਰੀਨ ਨੂੰ ਜ਼ਰਾ ਸੁਣਾ ਦਿਓ ਆਪਣੀ ਮਿੱਠੀ ਆਵਾਜ਼ ਦੇ ਵਿੱਚ। ਠੀਕ ਹੈ ਸਰ ਜੀ, ਅਕਰਮ ਨਾਈ ਦਾ ਗਾਣਾ ਜੀ। ਠੀਕ ਹੈ। ਤੇ ਮੈਂ ਕਾਫੀ ਦੇਰ ਤੋਂ ਜਾਨੀ ਕਿ ਕੋਟਾ ਮੈਂ ਕੰਮ ਕਰ ਰਿਹਾ ਸੀ, ਸੇਬ ਦਾ ਕਰੇਟ ਬਣਾ ਰਿਹਾ ਸੀਗਾ, ਉੱਥੇ ਮੈਂ ਗਾਣਾ ਸੁਣਦਾ ਹੁੰਦਾ ਸੀਗਾ ਇਹ। ਠੀਕ ਹੈ। ਤੇ ਫਿਰ ਉਹਨੂੰ ਮੈਂ ਥੋੜਾ ਥੋੜਾ ਯਾਦ ਕਰ ਲਿਆ। ਠੀਕ ਹੈ, ਤੇ ਉਹ ਤੁਹਾਨੂੰ ਸੁਣਾ ਦਿੰਦੇ ਸਰ ਜੀ। ਜ਼ਰੂਰ। ਤੇਰੇ ਨਾਲ ਗੁਜ਼ਾਰਦੇ ਉਮਰ ਸਾਰੀ ਹੋਏ ਪੂਰੇ ਨਾ ਦਿਲ ਵਿੱਚ ਸ਼ੌਕ ਮੇਰੇ, ਤੇ ਜਿਹੜੇ ਗੱਲ ਕਰਕੇ ਲੱਜਾਂ ਪਾਲਦੇ ਸਨ
ਰਾਹੀ ਕਿੱਥੇ ਹੁਣੇ ਹੋ ਜਾਏ ਲੋਕ ਰਹਿ ਗਏ ਟਿਉਣੀ ਉਣੀ ਉਣੀ ਪਿਆਰ ਦੀਆਂ ਟਹਿਣੀਆਂ ਤੋਂ ਫੁੱਲ ਖੁੱਸ ਗਏ ਸਾਨੂੰ ਜੋ ਮਨਾਉਂਦੇ ਸੀ ਉਹ ਆਪ ਰੁੱਸ ਗਏ ਪਿਆਰ ਦੀਆਂ ਟਹਿਣੀਆਂ ਤੋਂ ਫੁੱਲ ਖੁੱਸ ਗਏ ਸਾਨੂੰ ਜੋ ਮਨਾਉਂਦੇ ਸੀ ਉਹ ਆਪ ਰੁੱਸ ਗਏ ਦਿਲਾਂ ਉਹਦੇ ਬਾਰੇ ਸੋਚਣਾ ਤੂੰ ਛੱਡ ਦੇਵੇ ਆਸਾ ਰੱਖ ਸੋਹਣੇ ਰੱਬ ਤੇ ਉਹ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਉਹ ਸੋਹਣੇ ਆਵੇ ਇਸ ਜੱਗ ਤੇ ਉਹ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਉਹ ਸੋਹਣੇ ਆਵੇ ਇਸ ਜੱਗ ਤੇ ਸਾਨੂੰ ਖੁਸ਼ੀਆਂ ਤੇ ਹਾਸੇ ਦੇਣ ਵਾਲਾ ਅੱਜ ਜ਼ਿੰਦਗੀ ਦੇ ਰੋਣੇ ਦੇ ਗਿਆ ਦਿਲ ਦੇਣ ਦਾ ਸੀ ਵਾਦਾ ਜਿਹਨੇ ਕੀਤਾ ਉਹ ਦੁੱਖ ਅਨਹੋਣੇ ਦੇ ਗਿਆ ਓਏ ਉਹਨੂੰ ਮਿਲਣੇ ਨੂੰ ਜੀ ਬੜਾ ਕਰਦਾ ਆਵਾਂ ਕਿਥੋਂ ਉਹਨੂੰ ਲੱਭ ਕੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਉਹ ਸੋਹਣਿਆ ਵੇ ਇਸ ਜੱਗ ਤੇ ਉਹ ਜਿਹੜੇ ਕੰਧਾਂ ਕੋਠੇ ਟੱਪ ਟੱਪ ਮਿਲਦੇ ਸਾਇਆ ਜੀ ਉਹ ਪਹਾੜ ਲੱਗਦੇ ਉਹ ਜਿੰਨਾ ਬਾਗਾਂ ਵਿੱਚ ਲੁਕ ਲੁਕ ਮਿਲਦੇ ਸਾਇਆ ਜੀ ਉਹ ਉਜਾੜ ਲੱਗਦੇ ਉਹ ਦਿਲਾਂ ਰਾਗੀਆਂ ਤੇ ਰਾਗੀ ਤੇਰੇ ਪਿਆਰ ਦੇ ਵੇ ਪੈਰਾਂ ਤੇਰੀ ਰਗ ਰਗ ਤੇ ਉਹ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਉਹ ਸੋਹਣੇ ਆਵੇ ਇਸ ਜੱਗ ਤੇ ਪਿਆਰ ਦੀਆਂ ਟਹਿਣੀਆਂ ਤੋਂ ਫੁੱਲ ਖੁੱਸ ਗਏ ਸਾਨੂੰ ਜੋ ਮਨਾਉਂਦੇ ਸੀ ਉਹ ਆਪ ਰੁੱਸ ਗਏ ਪਿਆਰ ਦੀਆਂ ਟਹਿਣੀਆਂ ਤੋਂ ਫੁੱਲ ਖੁੱਸ ਗਏ ਸਾਨੂੰ ਜੋ ਮਨਾਉਂਦੇ ਸੀ ਉਹ ਆਪ ਰੁੱਸ ਗਏ ਦਿਲਾਂ ਉਹਦੇ ਬਾਰੇ ਸੋਚਣਾ ਤੂੰ ਛੱਡ ਦੇਵੇ ਆਸਾ ਰੱਖ ਸੋਹਣੇ ਰੱਬ ਤੇ ਉਹ ਟੁੱਟੇ ਦਿਲਾਂ ਦੇ ਇਲਾਜ ਨਹੀਂ ਹੁੰਦੇ ਵੇ ਸੋਹਣੇ ਆਵੇ ਇਸ ਜੱਗ ਤੇ ਠੀਕ ਹੈ ਸਰ ਜੀ ਕੀ ਬਾਤ ਹੈ ਤੁਸੀਂ ਤੇ ਇੰਜ ਲੱਗਾ ਸੱਚੀ ਰੋਣ ਲੱਗ ਪਏ ਹੋ ਮੈਨੂੰ ਤੁਸੀਂ ਇਹ ਦੱਸੋ ਕਿ ਕਦੀ ਬੱਸਾਂ ਵਗੈਰਾ ਵੈਗਨਾਂ ਦੀਆਂ ਅਕਸਰ ਲੋਕੀ ਹਾਰਨ ਵਜਾਉਂਦੇ ਆ ਇਹਨਾਂ ਦੀਆਂ ਵੀ ਕੋਈ ਆਵਾਜ਼ ਕਦੀ ਕੱਢੀ ਹੈ ਕਦੀ ਕੋਈ ਇਸ ਤਰ੍ਹਾਂ ਦੀ ਚੀਜ਼ ਵੀ ਕੀਤੀ ਹੈ ਜਾਂ ਨਹੀਂ ਇਹ ਅੱਗੇ ਤਾਂ ਮੈਂ ਕਦੀ ਗੌਰ ਨਹੀਂ ਸੀ ਕੀਤੀ ਕੱਲ ਮੈਂ ਨਾ ਮੰਡੀ ਬਾਉਦੀਨ ਤੋਂ ਆ ਰਿਹਾ ਸੀ ਅੱਛਾ ਤੇ ਉਹਦੇ ਵਿੱਚ ਇੱਕ ਫੋਟਾਵਾਸ ਦਾ ਟਾਈਮ ਨਿਕਲਦਾ ਵਾ ਅੱਛਾ ਸ਼ਾਮ ਟਾਈਮ ਤਕਰੀਬਨ 7 ਵਜੇ ਠੀਕ ਹੈ ਉਹ ਹਾਰਨ ਡਰਾਈਵਰ ਵਜਾ ਰਿਹਾ ਵਾ ਜੀ ਤੇ ਮੈਂ ਉਹਦਾ ਦੇਖ ਰਿਹਾ ਸੀ ਮੈਂ ਤਾਂ ਇਹ ਕੀ ਕਰਨ ਦਿਆ ਚਲਾਉਣ ਗੱਡੀ ਦੇ ਆ ਤੇ ਹਾਰਨ ਵਜਾ ਰਿਹਾ ਤੁਹਾਨੂੰ ਦੱਸ ਦਿੰਦਾ ਕਿਸ ਤਰ੍ਹਾਂ ਉਹ ਹਾਰਨ ਵਜਾ ਰਿਹਾ ਜੀ ਇਸ ਤਰ੍ਹਾਂ ਦੇ ਹਾਰਨ ਵਜਾ ਰਹੇ ਆ ਜੀ ਉਹ ਫਿਰ ਬਾਰਡਰ ਨਾਲ ਆਉਂਦਾ ਕਿ ਚਲਾਨ ਕਰ ਦਿੰਦਾ ਇਹ ਉਹ ਹਾਰਨ ਆ ਜਿਹਨੂੰ ਸੁਣ ਕੇ ਸਭ ਤੋਂ ਜ਼ਿਆਦਾ ਗੁੱਸਾ ਚੜਦਾ ਕਿਉਂਕਿ ਬਿਲਕੁਲ ਸਿਰ ਤੇ ਆ ਕੇ ਹਾਰਨ ਵਜਾਇਆ ਜਾਂਦਾ ਇਹ ਤੇ ਉਦੋਂ ਤੱਕ ਹੱਥ ਨਹੀਂ ਚੁੱਕਦੇ ਹਾਰਨ ਤੋਂ ਜਦੋਂ ਤੱਕ ਅਗਲਾ ਬੰਦਾ ਰਾਸਤਾ ਨਾ ਦੇ ਦੇਵੇ ਜਾਂ ਤੇ ਉਹ ਬਿਲਕੁਲ ਹੀ ਪਟਰੀਆਂ ਲੱਤ ਜਾਵੇ ਮੋਟਰਸਾਈਕਲ ਵਾਲੇ ਅਕਸਰ ਵਿੱਚ ਵੱਜ ਕੇ ਡਿੱਗ ਪੈਂਦੇ ਵਿਚਾਰੇ ਡਰ ਜਾਂਦੇ ਉਹ ਅਚਾਨਕ ਜਾਂਦੇ ਆ ਤੇ ਬੜਾ ਮਸਲਾ ਬਣ ਜਾਂਦਾ ਤੇ ਸਾਨੂੰ ਪਤਾ ਚੱਲਿਆ ਕਿ ਤੁਸੀਂ ਇੰਡੀਅਨ ਗਾਣਾ ਜਿਹੜਾ ਉਹ ਬਹੁਤ ਅੱਛਾ ਗਾ ਲੈਂਦੇ ਹੋ ਕੋਈ ਗਾਣਾ ਜਿਹੜਾ ਪਰਫਾਰਮ ਕਰਨਾ ਚਾਹੋ ਜੀ ना जा रे अमिताभ बच्चन की फिल्म है जी ठीक है अमिताभ बच्चन आज का अर्जन फिल्म का नाम है आज का अर्जन ठीक है तो ओदा गाना मैं सुनया जी एक अच्छा लगा मैनू वो ना जा रे यूं मुझे छोड़ के दिल मेरा तुझसे बिछड़ के तेरे बिना तो जी ना सकूंगी मैं आएगा तू लौट के फिर तो फिर न मिलूंगी मैं तुझको मेरी कसम ये कदम रोक ले ना जा रे यूं मुझे छोड़ के दिल मेरा तोड़ के ना जा रे
ਹੈ ਸਰ ਜੀ। ਵਾਹ ਵਾਹ, ਬਹੁਤ ਖੂਬਸੂਰਤ। ਅੱਛਾ, ਮੈਂ ਦੇਖਿਆ ਕਿ ਤੁਸੀਂ ਪੰਜਾਬੀ ਗਾਣਾ ਜਿਹੜਾ ਨਾ ਬਹੁਤ ਅੱਛਾ ਪਰਫਾਰਮ ਕਰ ਰਹੇ ਸੀਗੇ। ਠੀਕ ਹੈ ਜੀ। ਤੇ ਕੋਈ ਪੰਜਾਬੀ ਅੱਜ ਕੱਲ ਦਾ ਗਾਣਾ ਕੋਈ ਹੈ ਕੋਈ ਜਿਹੜਾ ਤੁਹਾਨੂੰ ਥੋੜਾ ਬਹੁਤ ਯਾਦ ਹੋਵੇ, ਜਾਂ ਜਿਹਦੇ ਕੋਈ 2-4 ਬੋਲ ਜਿਹੜੇ ਨੇ ਤੁਹਾਨੂੰ ਆਉਂਦੇ ਹੋਣ, ਕੋਈ ਅੱਜ ਕੱਲ ਜਿਹੜੇ ਪੰਜਾਬੀ ਚੱਲਦੇ ਨੇ? ਅੱਜ ਕੱਲ ਸਰ ਜੀ ਮੈਂ ਇਹਨਾਂ ਦਾ ਸ਼ੌਕੀਨ ਨਹੀਂ ਹੈਗਾ, ਪਰ ਪਿਆਰ ਸਾਡੇ ਕੋਲ ਗਾਣਾ ਸੀਗਾ ਮੇਰੇ ਕੋਲ, ਸਾਨੂੰ ਪਿਆਰ ਦੇ ਵਪਾਰ ਘਾਟੇ ਪਾ ਗਿਆ, ਜੋ ਦਿਲ ਵਿੱਚ ਸੀ ਚਾਹ ਮੁੱਕ ਗਏ। ਠੀਕ ਹੈ। ਅਸੀਂ ਸੋਨੇ ਨਾਲੋਂ ਹੁੰਦੇ ਸਾਂ ਜੇ ਕੀਮਤੀ, ਤੇ ਮਿੱਟੀਆਂ ਦੇ ਭਾਅ ਵਿਕ ਗਏ। ਤੇ ਇਹਦਾ ਕੋਈ ਪਰਫਾਰਮ ਕਰ ਲੈਂਦੇ, ਕੋਈ ਬੋਲ 2-4 ਯਾਦ ਹੈ ਨੇ? ਸੁਣਾ ਦਿੰਦੇ ਤੁਹਾਨੂੰ ਸੁਣਾ ਦਿਓ ਅਗਰ ਕੋਈ ਥੋੜਾ ਜਿਹਾ, ਅਗਰ ਕੋਈ 2-4 ਬੋਲ, ਕਿਉਂਕਿ ਮੈਂ ਦੇਖਿਆ ਪੰਜਾਬੀ ਆਵਾਜ਼ ਤੁਹਾਡੀ ਬਹੁਤ ਅੱਛੀ ਹੈ ਜਿਹੜੀ। ਠੀਕ ਹੈ ਸਰ ਜੀ, ਠੀਕ ਹੈ। ਗਾਣਾ ਕਰ ਰਹੇ ਸੀ ਆਪਾਂ, ਸਾਨੂੰ ਪਿਆਰ ਦਾ ਵਪਾਰ ਘਾਟੇ ਪਾ ਗਿਆ। ਸਾਨੂੰ ਪਿਆਰ ਦਾ ਵਪਾਰ ਘਾਟੇ ਪਾ ਗਿਆ, ਜੋ ਦਿਲ 'ਚ ਸੀ ਚਾਹ ਵਿਕ ਗਏ। ਉਹ ਸਾਨੂੰ ਪਿਆਰ ਦਾ ਵਪਾਰ ਘਾਟੇ ਪਾ ਗਿਆ, ਜੋ ਦਿਲ 'ਚ ਸੀ ਚਾਹ ਵਿਕ ਗਏ। ਅਸੀਂ ਸੋਨੇ ਨਾਲ ਹੁੰਦੇ ਸਾਂਝ ਕੀਮਤੀ, ਉਹ ਮਿੱਟੀਆਂ ਦੇ ਭਾਅ ਵਿਕ ਗਏ। ਕੀ ਬਾਤ ਹੈ, ਕੀ ਬਾਤ। ਓਏ ਅਸੀਂ ਸੋਨੇ ਨਾਲ ਹੁੰਦੇ ਸਾਂਝ ਕੀਮਤੀ, ਉਹ ਮਿੱਟੀਆਂ ਦੇ ਭਾਅ ਵਿਕ ਗਏ। ਉਹ ਮੇਰੇ ਵੇਂਦੇ ਆ ਬਾਜ਼ਾਰੋਂ ਵਿੱਚ ਬੈਠ ਗਏ, ਮੇਰੇ ਵੇਂਦੇ ਆ ਬਾਜ਼ਾਰੋਂ ਵਿੱਚ ਬੈਠ ਗਏ, ਪਛਾਣਿਆ ਨਾ ਅੱਖਾਂ ਫੇਰ ਗਏ। ਜਦੋਂ ਨੋਟਾਂ ਦੀਆਂ ਪੰਡਾਂ ਉਹਨਾਂ ਵੇਖੀਆਂ ਤੇ ਵਾਰੋ ਵਾਰੀ ਸਾਰੇ ਵੇਰ ਗਏ। ਜਦੋਂ ਨੋਟਾਂ ਦੀਆਂ ਪੰਡਾਂ ਉਹਨਾਂ ਵੇਖੀਆਂ ਤੇ ਵਾਰੋ ਵਾਰੀ ਸਾਰੇ ਵੇਰ ਗਏ। ਉਹਦੇ ਘਰ ਵਾਲੇ ਦੇਖੋ ਸਾਰੇ ਚਿਸ਼ਤੀ, ਉਹਦੇ ਘਰ ਵਾਲੇ ਦੇਖੋ ਸਾਰੇ ਚਿਸ਼ਤੀ, ਉਹ ਕਰਕੇ ਸਲਾਹ ਵਿਕ ਗਏ। ਅਸੀਂ ਸੋਨੇ ਨਾਲ ਹੁੰਦੇ ਸਾਂਝ ਕੀਮਤੀ, ਉਹ ਮਿੱਟੀਆਂ ਦੇ ਭਾਅ ਵਿਕ ਗਏ। ਅਸੀਂ ਸੋਹਣੇ ਮੁਕੱਦਮਾ ਪਿਆਰ ਦਾ ਕਚਹਿਰੀ ਵਿੱਚ ਹਾਰ ਗਏ। ਅਸੀਂ ਸੋਹਣੇ ਮੁਕੱਦਮਾ ਪਿਆਰ ਦਾ ਕਚਹਿਰੀ ਵਿੱਚ ਹਾਰ ਗਏ। ਨਾ ਕੋ ਜੱਜ ਦਾ ਕਸੂਰ, ਨਾ ਵਕੀਲ ਦਾ ਨਸੀਬ, ਸਾਨੂੰ ਮਾਰ ਗਏ। ਨਾ ਕੋ ਜੱਜ ਦਾ ਕਸੂਰ, ਨਾ ਵਕੀਲ ਦਾ ਨਸੀਬ, ਸਾਨੂੰ ਮਾਰ ਗਏ। ਉਹ ਜਦੋਂ ਨੋਟਾਂ ਦੀਆਂ ਪੰਡਾਂ ਉਹਨਾਂ ਵੇਖੀਆਂ, ਜਦੋਂ ਨੋਟਾਂ ਦੀਆਂ ਪੰਡਾਂ ਉਹਨਾਂ ਵੇਖੀਆਂ ਤੇ ਵਾਰੋ ਵਾਰੀ ਸਾਰੇ ਵੇਰ ਗਏ। ਅਸੀਂ ਸੋਨੇ ਨਾਲ ਹੁੰਦੇ ਸਾਂਝ ਕੀਮਤੀ, ਉਹ ਮਿੱਟੀਆਂ ਦੇ ਭਾਅ ਵਿਕ ਗਏ। ਅਸੀਂ ਸੋਨੇ ਨਾਲ ਹੁੰਦੇ ਸਾਂਝ ਕੀਮਤੀ, ਉਹ ਮਿੱਟੀਆਂ ਦੇ ਭਾਅ ਵਿਕ ਗਏ। ਕੀ ਬਾਤ ਹੈ, ਕੀ ਬਾਤ ਹੈ ਰਫ ਸਾਹਿਬ, ਬਹੁਤ ਅੱਛਾ, ਬਹੁਤ ਖੂਬ। ਬਲਕਿ ਅੱਜ ਕੱਲ ਮਾਸ਼ਰੇ ਦੇ ਵਿੱਚ ਹੋਣ ਵਾਲੀਆਂ ਹਕੀਕਤਾਂ ਦੀ ਬਿਆਨ ਹੈ ਬਿਲਕੁਲ ਇਹ ਜਿਹੜਾ ਤੁਸੀਂ ਗਾਣਾ ਪਰਫਾਰਮ ਕੀਤਾ ਪੰਜਾਬੀ ਜੀ। ਨਾਜ਼ਰੀਨ, ਅੱਜ ਸਾਡੇ ਨਾਲ ਮੌਜੂਦ ਸਨ ਸ਼ਰਾਫਤ ਅਲੀ, ਜਿਨ੍ਹਾਂ ਨੂੰ ਤੁਸੀਂ ਦੇਖਿਆ। ਇਹ ਬੇਸਿਕਲੀ ਇਹਨਾਂ ਦਾ ਮੈਂ ਤੁਹਾਨੂੰ ਟੈਲੈਂਟ ਤੁਹਾਨੂੰ ਦੁਬਾਰਾ ਬਿਆਨ ਕਰ ਦਵਾਂ। ਇਹ ਨਾ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਨੇ ਅਸੀਂ ਸੁਣ ਕੇ ਇਗਨੋਰ ਕਰ ਦਿੰਦੇ ਹਾਂ, ਹਾਲਾਂਕਿ ਰੋਜ਼ਾਨਾ ਦੀ ਬੁਨਿਆਦ ਤੇ ਉਹ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ। ਇਹ ਉਹਨਾਂ ਆਵਾਜ਼ਾਂ ਨੂੰ ਸੁਣ ਕੇ ਕੋਸ਼ਿਸ਼ ਕਰਦੇ ਆ ਸਮਝਣ ਦੀ ਕਿ ਗੱਲਾਂ ਕੀ ਕਰ ਰਹੇ ਨੇ, ਔਰ ਇਹ ਜਿਹੜੀ ਆਵਾਜ਼ ਹੈ ਕਿਆ ਅਸੀਂ ਵੀ, ਕਿਉਂਕਿ ਸਾਡੇ ਕੋਲ ਵੀ ਜ਼ੁਬਾਨ ਹੈ ਸੇਮ ਉਸ ਜਾਨਵਰ ਦੀ ਤਰ੍ਹਾਂ ਜਾਂ ਉਸ ਪਰਿੰਦੇ ਦੀ ਤਰ੍ਹਾਂ, ਕਿਆ ਅਸੀਂ ਵੀ ਉਹ ਆਵਾਜ਼ ਨੂੰ ਕਾਪੀ ਕਰ ਸਕਦੇ? ਇਹ ਸ਼ੌਕੀਆ ਕਾਪੀ ਕਰਦੇ ਨੇ ਆਵਾਜ਼ਾਂ ਨੂੰ, ਜਿਹਦੇ ਨਾਲ ਇਹ ਮੁਖਤਲਿਫ ਇੰਸਟਰੂਮੈਂਟ ਵੀ ਵਜਾ ਲੈਂਦੇ ਨੇ, ਇਹ ਜਾਨਵਰਾਂ ਦੀਆਂ ਆਵਾਜ਼ਾਂ ਵੀ ਕੱਢ ਲੈਂਦੇ ਨੇ। ਤੁਸੀਂ ਅੱਜ ਦੇਖਿਆ ਜਿਹੜੀ ਇਹਨਾਂ ਨੇ ਸਾਡੇ ਲਈ ਪਰਫਾਰਮ ਕੀਤੀ, ਬੱਸ ਦੀ ਆਵਾਜ਼ ਤੇ ਗਾਣਾ ਖੂਬਸੂਰਤ ਆਵਾਜ਼ ਦੇ ਮਾਲਕ ਨੇ। ਤੇ ਇਨਸ਼ਾਅੱਲਾ ਇਸੇ ਤਰ੍ਹਾਂ ਅਸੀਂ ਹਮੇਸ਼ਾ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਸਾਨੂੰ ਜਿਹੜਾ ਹੈ ਤਾਂ ਕਿ ਅਸੀਂ ਨਏ ਤੋਂ ਨया ਟੈਲੈਂਟ ਤੁਹਾਡੇ ਸਾਹਮਣੇ ਲਿਆ ਸਕੀਏ। ਬਹੁਤ ਸ਼ੁਕਰੀਆ।